ਜੈਤ ਸਰੀ ਮਹਲਾ ਪੰਜਵਾਂ। ਵਾਰ ਸਲੋਕਾਂ ਨਾਲ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ। ਆਦਿ ਪੂਰਨ ਮਧਿ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਬਤਰ ਰਮਣੰ। ਨਾਨਕ ਅਗਨਾਸਨ ਜਗਦੀਸ਼ਰ ਹੈ। ਪੀਕਨ ਸੁਨਨ ਸੁਨਾਵਨੋ ਮਨ ਮੈਂ ਦ੍ਰਿੜੀਐ ਸਾਚ। ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਚ। ਪੌੜੀ। ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ। ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ। ਕਿਨ ਮੈਂ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ। ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ। ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ। ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਜੁੜ ਬੈਠੇ ਵਡਭਾਗੀ ਮਾਈ ਭਾਈ ਸਤ ਸੰਗੀ ਜਨੋ। ਸਾਰੇ ਕਰੋ ਮਨ ਬਿਰਤੀਆਂ ਇਕਾਗਰ। ਗੁਰੂ ਚਰਨਾਂ ਦੇ ਵਿੱਚ ਇੱਕ ਮਨ ਇੱਕ ਚਿੱਤ ਹੋ ਕਰਕੇ ਚੰਦ ਮਿੰਟ ਦਾ ਇਹ ਜੋ ਸਾਨੂੰ ਸਮਾਂ ਨਸੀਬ ਹੋਇਆ, ਅਸੀਂ ਇਸ ਤੋਂ ਪੂਰਾ ਲਾਭ ਉਠਾ ਸਕੀਏ। ਤੋ ਸਾਰੇ ਲਗਾਓ ਆਪੋ ਆਪਣੀ ਹਾਜ਼ਰੀ। ਕਰੋ ਰਸਨਾ ਪਵਿੱਤਰ। ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ। ਜੈਤ ਸਰੀ ਮਹੱਲਾ ਪੰਜਵਾਂ। ਵਾਰ ਸਲੋਕਾਂ ਨਾਲ। ਜੈਤ ਸਰੀ ਰਾਗ ਵਿੱਚ ਅੱਜ ਵਾਰ ਦਾ ਉਚਾਰਨ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਰਦੇ ਨੇ। ਵਾਰ ਦਾ ਅਰਥ ਹੁੰਦਾ ਪੌੜੀ। ਵਾਰ ਦਾ ਅਰਥ ਹੁੰਦਾ ਜਸ। ਵਾਰ ਦਾ ਅਰਥ ਹੁੰਦਾ ਹਮਲਾ। ਕਿਸੇ ਤੇ ਵਾਰ ਕਰਨਾ, ਹਮਲਾ ਕਰਨਾ। ਇੱਥੇ ਵਾਰ ਦਾ ਅਰਥ ਪੌੜੀ ਹੈ, ਕਿਉਂਕਿ ਵਾਰ ਸਲੋਕਾਂ ਨਾਲ। ਇਸ ਵਾਰ ਦੀਆਂ ਜੋ ਪੌੜੀਆਂ ਹਨ ਉਹਨਾਂ ਦੇ ਨਾਲ ਸ਼ਲੋਕ ਉਚਾਰਨ ਕੀਤੇ ਗਏ ਹਨ। ਔਰ ਇਹ ਵਾਰ ਵੀ ਤੇ ਸ਼ਲੋਕ ਵੀ, ਇਹ ਦੋਵੇਂ ਰਚਨਾ ਹੀ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ
ਉਚਾਰਨ ਕੀਤੀਆਂ ਹੋਈਆਂ ਹਨ। ਕਈ ਵਾਰਾਂ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਲੋਕਾਂ ਤੋਂ ਰਹਿਤ ਨੇ, ਜਿਵੇਂ ਬਸੰਤ ਕੀ ਵਾਰ ਕੇਵਲ 3 ਪੌੜੀਆਂ ਨੇ। ਰਾਏ ਬਲਵੰਡ ਤਥਾ ਸਤੈ ਡੂਮ ਆਖੀ, ਰਾਮ ਕਲੀ ਦੀ ਤੀਜੀ ਵਾਰ ਕੇਵਲ 8 ਪੌੜੀਆਂ ਨੇ। ਉੱਥੇ ਸ਼ਲੋਕ ਕੋਈ ਨਹੀਂ, ਪਰ ਇਸ ਵਾਰ ਦੇ ਨਾਲ ਸ਼ਲੋਕ ਵੀ ਲਿਖੇ ਹਨ। ਔਰ ਇਹਦੇ ਜਿਹੜੇ ਸ਼ਲੋਕ ਹੈ ਉਹ ਮੂਲ ਰੂਪ ਪਾਠ ਸਮਝੋ, ਤੇ ਜਿਹੜੀਆਂ ਪੌੜੀਆਂ ਹਨ ਉਹ ਸ਼ਲੋਕਾਂ ਦਾ ਹੀ ਉਲੱਥਾ ਕੀਤਾ, ਤਰਜਮਾ ਕੀਤਾ, ਟਰਾਂਸਲੇਸ਼ਨ ਕੀਤੀ ਹੈ। ਭਾਵ ਸ਼ਲੋਕਾਂ ਦੀ ਵਿਆਖਿਆ ਮਹਾਰਾਜ ਨੇ ਆਪ ਹੀ ਪੌੜੀ ਵਿੱਚ ਕਰ ਦਿੱਤੀ। ਇਸ ਵਾਸਤੇ ਸ਼ਲੋਕ ਤੇ ਪੌੜੀਆਂ ਦਾ ਪ੍ਰਕਰਨ ਇੱਕ ਹੀ ਆਏਗਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਇੱਕ ਹੈ। ਓੰਕਾਰ ਪ੍ਰਕਾਸ਼ ਰੂਪ ਹੈ, ਸਤ ਨਾਸ ਤੋਂ ਰਹਿਤ ਹੈ, ਗੁਰ ਚੇਤਨ ਰੂਪ ਹੈ, ਪ੍ਰਸਾਦ ਆਨੰਦ ਰੂਪ ਹੈ। ਤੋ ਇਹ ਮੰਗਲਾ ਚਰਨ ਆਦ ਵਿੱਚ ਵੀ ਕੀਤਾ, ਹੁਣ ਮੱਧ ਵਿੱਚ ਵੀ ਕਰ ਰਹੇ ਨੇ, ਤੇ ਗੁਰੂ ਗ੍ਰੰਥ ਸਾਹਿਬ ਦੇ ਅੰਤ ਵਿੱਚ ਵੀ ਕੀਤਾ। ਅੰਤ ਵਿੱਚ ਰਾਗਮਾਲਾ ਦੇ ਆਰੰਭ ਵਿੱਚ ਕੀਤਾ। ਆਪ ਪਾਠ ਕਰਨ ਵਾਲੇ, ਸੁਣਨ ਵਾਲੇ ਜਾਣਦੇ ਹੋ, ਲਿਖਿਆ ਰਾਗਮਾਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਭ ਤੋਂ ਅਖੀਰ ਤੇ ਵੀ ਇਹ ਲਿਖਿਆ, ਇੱਥੇ ਮੱਧ ਵਿੱਚ ਵੀ ਲਿਖਿਆ ਤੇ ਆਰੰਭ ਵਿੱਚ ਵੀ ਲਿਖਿਆ ਇੱਕ ਓੰਕਾਰ ਸਤਿਨਾਮ। ਸ਼ਲੋਕ, ਸ਼ਲੋਕ ਕਾਵਿ ਰਚਨਾ ਦਾ ਨਾਮ ਹੈ। ਗੁਰੂ ਗ੍ਰੰਥ ਸਾਹਿਬ ਵਿੱਚ 2-2 ਪੰਕਤੀਆਂ ਵਾਲੇ ਸ਼ਲੋਕ ਬੇਅੰਤ ਹਨ। ਜਿਵੇਂ ਸੁਖਮਨੀ ਸਾਹਿਬ ਦੇ 24 ਸ਼ਲੋਕ ਕੇਵਲ 2-2 ਪੰਕਤੀਆਂ। 52 ਅੱਖਰੀ ਬਾਣੀ ਦੇ 54 ਸ਼ਲੋਕ 2-2 ਪੰਕਤੀਆਂ ਦੇ ਪਹਿਲੇ ਸ਼ਲੋਕ ਹਨ, ਫਿਰ ਨਾਲ ਪੌੜੀਆਂ ਹਨ। ਇਸੇ ਤਰ੍ਹਾਂ ਜਪਜੀ ਸਾਹਿਬ ਦੇ ਆਰੰਭ ਵਿੱਚ ਜਪ ਤੋਂ ਬਾਅਦ ਜਿਹੜਾ ਸ਼ਲੋਕ ਹੈ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਉਹਦੀਆਂ ਵੀ 2 ਪੰਕਤੀਆਂ। ਤੋ ਸ਼ਲੋਕ ਜ਼ਿਆਦਾਤਰ 2 ਪੰਕਤੀਆਂ ਦਾ ਹੀ ਹੁੰਦਾ ਹੈ। ਵੈਸੇ 4 ਪੰਕਤੀਆਂ ਦਾ ਸ਼ਲੋਕ ਵੀ ਆਉਂਦਾ ਹੈ। ਜਿਵੇਂ ਜਪਜੀ ਸਾਹਿਬ ਦਾ ਅਖੀਰਲਾ ਸ਼ਲੋਕ, ਉਹਦੀਆਂ 4 ਪੰਕਤੀਆਂ ਨੇ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਹਜ਼ੂਰ ਫਰਮਾਉਂਦੇ ਹਨ ਕਿ ਉਹ ਵਾਹਿਗੁਰੂ ਆਦਿ ਕਾਲ ਵਿੱਚ ਵੀ ਪੂਰਨ ਸੀ, ਤਾਂ ਹੀ ਲਿਖਿਆ ਆਦਿ ਸੱਚ। ਫਿਰ ਉਹ ਮੱਧ ਕਾਲ ਵਿੱਚ ਵੀ ਪੂਰਨ ਹੈ, ਤਾਂ ਹੀ ਲਿਖਿਆ ਜੁਗਾਦ ਸੱਚ। ਤੇ ਵਰਤਮਾਨ ਕਾਲ ਵਿੱਚ ਵੀ ਉਹ ਪੂਰਨ ਹੈ, ਤਾਂ ਹੀ ਲਿਖਿਆ ਹੈ ਭੀ ਸੱਚ। ਅੰਤ ਪੂਰਨ ਪਰਮੇਸ਼ਰ ਹੈ। ਤੇ ਸ੍ਰਿਸ਼ਟੀ ਦਾ ਜਦੋਂ ਅੰਤ ਹੋ ਗਿਆ ਨਾ, ਉਹਨੇ ਫਿਰ ਤਾਂ ਹੀ ਲਿਖਿਆ ਕਿ ਨਾਨਕ ਹੋਸੀ ਭੀ ਸੱਚ। ਅੰਤ ਪੂਰਨ ਪਰਮੇਸ਼ਰ ਹੈ। ਪਰਮ ਐਸ਼ਵਰ ਵਿਭੂਤੀ ਸਮਗਰੀ ਦਾ ਉਹ ਮਾਲਕ ਹੈ, ਪਰਮ ਈਸ਼ਰ।
ਵੈਦਿਕ ਮਤ ਨੇ 5 ਈਸ਼ਰ ਮੰਨੇ, ਪਰ ਇੱਥੇ 5 ਈਸ਼ਰ ਨਹੀਂ, ਇੱਥੇ ਇੱਕ ਪਰਮੇਸ਼ਰ ਹੈ ਜੋ ਸਾਰਿਆਂ ਦਾ ਈਸ਼ਰ ਹੈ, ਸਾਰਿਆਂ ਤੋਂ ਵੱਡਾ ਹੈ। ਸਿਮਰੰਤ ਸੰਤ ਸਰਬਤਰ ਰਮਣੰ, ਨਾਨਕ ਅਗਨਾਸਨ ਜਗਦੀਸ਼ਵਰੈ। ਉਸ ਵਾਹਿਗੁਰੂ ਦਾ, ਪਰਮੇਸ਼ਵਰ ਦਾ ਨਾਮ ਹੀ ਸੰਤ ਜਨ ਹਮੇਸ਼ਾ ਸਿਮਰਦੇ ਹਨ, ਕਿਉਂਕਿ ਸਰਬੱਤਰ ਰਮਣੰ, ਉਹ ਪਰਮਾਤਮਾ ਸਭ ਜਗ੍ਹਾ ਰਮਿਆ ਹੋਇਆ ਹੈ, ਸਭ ਜਗ੍ਹਾ ਹਾਜ਼ਰ ਨਾਜ਼ਰ ਹੈ। ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਜੈ ਜੈ ਪੇਖਾਂ ਤਹਿ ਹਜ਼ੂਰ, ਦੂਰ ਕਤਉ ਨਾ ਜਾਏ। ਉਸੇ ਨੂੰ ਯਾਦ ਕਰਨ ਦਾ ਫਾਇਦਾ, ਉਸੇ ਨਾਲ ਹੀ ਜੁੜਨ ਦਾ ਫਾਇਦਾ, ਜਿਹੜਾ ਹਰ ਵੇਲੇ ਹਾਜ਼ਰ ਰਵੇ, ਜਿਹੜਾ ਹਰ ਵੇਲੇ ਜਾਗਤ ਜੋਤ ਰਵੇ, ਜਿਹੜਾ ਜਿੱਥੇ ਯਾਦ ਕਰੀਏ ਉੱਥੇ ਪਹੁੰਚ ਜਾਏ, ਉਹਦਾ ਹੀ ਫਾਇਦਾ। ਤੇ ਜੇ ਆਪਾਂ ਉਸ ਨਾਲ ਸੰਬੰਧ ਜੋੜ ਲਈਏ, ਲੋੜ ਪਵੇ ਆਖੀਏ ਜੀ ਉਹ ਵਿਹਲਾ ਨਹੀਂ ਹੈ, ਉਹ ਸੁੱਤਾ ਹੈ, ਉਹ ਬਿਮਾਰ ਹੈ, ਉਹ ਉਲਝੇਵਿਆਂ 'ਚ ਉਲਝਿਆ, ਪਰਮੇਸ਼ਰ ਦੇ ਘਰ ਵਿੱਚ ਇਹ ਗੱਲ ਨਹੀਂ, ਇਹ ਜਵਾਬ ਨਹੀਂ ਹੈ। ਸਿਮਰੰਤ ਸੰਤ ਸਰਬਤਰ ਰਮਣੰ, ਨਾਨਕ ਅਗਨਾਸਨ ਜਗਦੀਸ਼ਰੈ। ਪੰਜਵੇਂ ਗੁਰੂ ਨਾਨਕ ਫਰਮਾਉਂਦੇ ਨੇ ਕਿ ਉਹ ਵਾਹਿਗੁਰੂ ਅਗ ਨਾਸਨ, ਅਗ ਦਾ ਅਰਥ ਹੁੰਦਾ ਪਾਪ, ਉਸ ਤਮਾਮ ਪਾਪਾਂ ਦੇ ਨਾਸ਼ ਕਰਨ ਦੀ ਸਮਰੱਥਾ ਰੱਖਦਾ ਹੈ। ਉਸ ਵਾਹਿਗੁਰੂ ਦਾ ਨਾਮ, ਉਹ ਪਰਮੇਸ਼ਵਰ ਦਾ ਨਾਮ ਇੰਨਾ ਸਰਬ ਸ਼ਕਤੀਵਾਨ, ਇੰਨਾ ਉਹ ਤਾਕਤਵਰ ਹੈ ਕਿ ਤਮਾਮ ਪਾਪਾਂ ਨੂੰ ਨਾਸ਼ ਕਰ ਦਿੰਦਾ ਹੈ। ਕਿਵੇਂ ਨਾਸ਼ ਕਰਦਾ ਹੈ? ਕਿੰਨੇ ਕੁ ਪਾਪ ਨਾਸ਼ ਕਰ ਸਕਦਾ ਹੈ? ਇੱਕ ਸ਼ਲੋਕ ਸਹਿਸਕ੍ਰਿਤੀ ਪੰਜਵੇਂ ਪਾਤਸ਼ਾਹ ਜੀ ਦਾ ਹੀ ਉਚਾਰਨ ਕੀਤਾ ਹੈ। ਉਸ ਵਿੱਚ ਗੁਰਦੇਵ ਦੱਸਦੇ ਨੇ ਕਿ ਘੋਰ ਦੁਖਿਅੰ ਅਨਕਹਤਿਅੰ ਜਨਮ ਦਾਰਿਦਰੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋ। ਕਿੰਨੇ ਪਾਪ ਆ ਗਏ? ਘੋਰ ਦੁਖਿਅੰ ਅਨਕਹਤਿਅੰ ਜਨਮ ਦਾਰਿਦਰੰ ਮਹਾ ਵਿਖਿਆਦੰ। 4 ਵੱਡੇ ਅਪਰਾਧ ਪਾਪ ਇਹਦੇ ਵਿੱਚ ਆਏ। ਕਹਿੰਦੇ ਇਸ ਤੋਂ ਇਲਾਵਾ ਵੀ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ। ਪੰਜਵੇਂ ਗੁਰੂ ਨਾਨਕ ਫਰਮਾਉਂਦੇ ਨੇ ਕਿ ਉਸ ਵਾਹਿਗੁਰੂ ਦਾ ਨਾਮ ਜਪੋ ਜਿਹੜਾ ਤਮਾਮ ਅਪਰਾਧ ਤੇ ਪਾਪ ਬਖਸ਼ਣ ਦੀ ਸਮਰੱਥਾ ਰੱਖਦਾ ਹੈ। ਇਸ ਗੱਲ ਨੂੰ ਸਪਸ਼ਟ ਕਰਨ ਵਾਸਤੇ ਮਹਾਰਾਜ ਨੇ ਨਾਲ ਹੀ ਇੱਕ ਪ੍ਰਮਾਣ ਦੇ ਦਿੱਤਾ। ਕਹਿੰਦੇ ਜੈਸੇ ਪਾਵਕ ਕਾਸ਼ਟ ਭਸਮੰ ਕਰੋ। ਜਿਸ ਤਰ੍ਹਾਂ ਅੱਗ ਵਿੱਚ ਲੱਕੜਾਂ ਜਿੰਨੀਆਂ ਮਰਜ਼ੀ ਪਾ ਦੇ, ਅੱਗ ਕਦੇ ਇਨਕਾਰੀ ਨਹੀਂ ਹੁੰਦੀ ਕਿ ਬਸ ਮੈਂ ਰੱਜ ਗਈ ਹਾਂ, ਹੋਰ ਬਾਲਣ ਨਾ ਪਾਓ, ਹੋਰ ਲੱਕੜਾਂ ਨਾ ਪਾਓ। ਅੱਗ ਵਿੱਚ ਤੁਸੀਂ ਜੋ ਵੀ ਪਾ ਦਿਓ ਸਭ ਕੁਝ ਸੜ ਕੇ ਸਵਾਹ ਹੋ ਜਾਏਗਾ। ਅੱਗ ਹਰ ਇੱਕ ਚੀਜ਼ ਨੂੰ ਸਾੜਨ ਦੀ ਸਮਰੱਥਾ ਰੱਖਦੀ। ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਹਰ ਤਰ੍ਹਾਂ ਦੇ ਅਪਰਾਧ ਨੂੰ, ਪਾਪ ਨੂੰ ਸਾੜਨ ਦੀ ਸਮਰੱਥਾ ਰੱਖਦਾ ਹੈ। ਇੰਦਨ ਕੀਤੋ ਮੂੰਹ ਘਣਾ ਭੋਰੀ ਦਤੀਮ ਗਾਹੇ ਮਨ ਵਸੰਦੜੋ ਸੱਚ ਸੋ ਨਾਨਕ ਹੱਬੇ ਦੁਖੜੇ ਉਲਾਹੇ।
ਨਾਨਕ ਅਗਨਾਸਨ ਜਗਦੀਸੁਰਹਿ ਪੇਖਨ ਸੁਨਨ ਸਨਾਵਨੋ ਮਨ ਮੈਂ ਦ੍ਰਿੜਿਐ ਸਾਚ। ਮਹਾਰਾਜ ਫਰਮਾਉਂਦੇ ਹਨ, ਪੇਖਨ ਸੁਨਨ ਸੁਨਾਵਨੋ, ਜੋ ਵੇਖਣ ਵਾਲਾ ਹੈ, ਸੁਣਨ ਵਾਲਾ ਹੈ ਤੇ ਸੁਨਾਵਨੋ, ਸੁਣਾਉਣ ਵਾਲਾ ਹੈ। ਮਨ ਮੈਂ ਦ੍ਰਿੜਿਐ ਸਾਚ, ਉਸੇ ਪਰਮੇਸ਼ਵਰ ਦੇ ਨਾਮ ਨੂੰ ਆਪਣੇ ਮਨ ਵਿੱਚ ਦ੍ਰਿੜ ਪੱਕਾ ਕਰਕੇ, ਭਾਵ ਨਿਸ਼ਚਾ ਕਰਕੇ, ਭਰੋਸਾ ਕਰਕੇ ਆਪਣੇ ਮਨ ਵਿੱਚ ਵਸਾਓ, ਆਪਣੇ ਜੀਵਨ ਵਿੱਚ ਟਿਕਾਓ। ਜੋ ਵਾਹਿਗੁਰੂ ਵੇਖਦਾ ਹੈ, ਸੁਣਦਾ ਹੈ ਤੇ ਸਾਨੂੰ ਸੁਣਨ ਦੀ ਤਾਕਤ ਦਿੰਦਾ ਹੈ, ਉਸ ਦੇ ਨਾਲ ਆਪਣਾ ਸੰਬੰਧ ਜੋੜੋ। ਪੂਰ ਰਹਿਓ ਸਰਬਤਰ ਮੈਂ, ਨਾਨਕ ਹਰ ਰੰਗ ਰਾਜ। ਫਿਰ ਉਹ ਸਾਰਿਆਂ ਵਿੱਚ ਹੀ ਪਰਿਪੂਰਨ ਹੈ। ਇਹ ਨਹੀਂ ਕਿ ਉਹ ਗਰੀਬਾਂ ਵਿੱਚ ਘੱਟ ਹੈ, ਅਮੀਰਾਂ ਵਿੱਚ ਵੱਧ ਹੈ, ਨੀਚ ਜਾਤੀ ਵਾਲਿਆਂ ਵਿੱਚ ਘੱਟ ਹੈ, ਉੱਚ ਜਾਤੀ ਵਾਲਿਆਂ ਵਿੱਚ ਵੱਧ ਹੈ। ਐਸਾ ਨਹੀਂ, ਉਹ ਸਾਰਿਆਂ ਦੇ ਵਿੱਚ ਬਰਾਬਰ ਹੈ, ਸਭ ਦੇ ਵਿੱਚ ਸਮਾਇਆ ਹੋਇਆ ਹੈ। ਉਹਦੇ ਘਰ ਵਿੱਚ ਕੋਈ ਉੱਚਾ ਨੀਵਾਂ ਨਹੀਂ। ਉਹ ਤੇ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ। ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸਮਾਲੀਅਨ, ਤਿੱਥੈ ਨਦਰ ਤੇਰੀ ਬਖਸ਼ੀਸ। ਕਿਸੇ ਸਿਆਣੇ ਨੇ ਕਿਹਾ, ਜੇ ਤੁਸੀਂ ਲੰਗਰ ਲਾਇਆ ਤੇ ਲੋੜਵੰਦ ਨੂੰ ਛਕਾਓ, ਗਰੀਬ ਨੂੰ ਛਕਾਓ ਤੇ ਤੁਹਾਨੂੰ ਅਸੀਸ ਮਿਲੇ। ਜੇ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਛਕਾਉਣਾ, ਅਮੀਰਾਂ ਨੂੰ ਛਕਾਉਣਾ, ਜਾਂ ਜਿਹੜੇ ਸੱਦੇ ਹੈ ਉਹਨਾਂ ਨੂੰ ਛਕਾਉਣਾ, ਤੇ ਅਸੀਸ ਕੋਈ ਨਹੀਂ ਜੇ ਮਿਲਦੀ, ਨੁਕਤਾਚੀਨੀ ਮਿਲੇਗੀ, ਨੁਕਸ ਕੱਢਣਗੇ, ਉਲਟਾ ਕਹਿਣਗੇ ਅਸੀਂ ਤੇ ਲੰਗਰ ਖਾ ਕੇ ਬਿਮਾਰ ਹੋ ਗਏ, ਧੱਕੇ ਨਾਲ ਖਵਾਤਾ, ਆਉਣੀ ਨਹੀਂ ਸੀ ਦਿੰਦੇ। ਆਹ ਸਿਫਤ ਮਿਲਣੀ, ਆਹ ਵਡਿਆਈ ਮਿਲਣੀ। ਇਸ ਵਾਸਤੇ ਭੁੱਖੇ ਨੂੰ ਖਵਾਓਗੇ ਤੇ ਅਸੀਸ ਮਿਲੇਗੀ, ਲੋੜਵੰਦ ਨੂੰ ਖਵਾਓਗੇ ਤੇ ਅਸੀਸ ਮਿਲੇਗੀ। ਜਿੱਥੈ ਨੀਚ ਸੰਭਾਲੀਅਨ, ਤਿੱਥੈ ਨਦਰ ਤੇਰੀ ਬਖਸ਼ੀਸ। ਪਰ ਵੇਖਣ 'ਚ ਇਹ ਆਉਂਦਾ, ਗਰੀਬ ਆਦਮੀ ਨੂੰ ਕਹਿੰਦੇ ਬਾਹਰ ਹੋ ਜਾ ਗੇਟ ਤੋਂ, ਇਹ ਤੇ ਅਸੀਂ ਆਪਣੇ ਵਾਸਤੇ ਬਣਾਇਆ, ਪਰ ਉਹਨੂੰ ਅਸੀਂ ਗੁਰੂ ਕਾ ਲੰਗਰ ਨਹੀਂ ਕਹਿ ਸਕਦੇ। ਗੁਰੂ ਕਾ ਲੰਗਰ ਤੇ ਸਭ ਵਾਸਤੇ, ਬਲਕਿ ਗਰੀਬਾਂ ਵਾਸਤੇ ਇਹ ਲੰਗਰ ਦੀ ਪਰੰਪਰਾ ਸ਼ੁਰੂ ਹੋਈ ਸੀ, ਲੋੜਵੰਦਾਂ ਵਾਸਤੇ ਸ਼ੁਰੂ ਹੋਈ ਸੀ। ਜਾਂ ਕਿ ਉਹਨੂੰ ਗੁਰੂ ਕਾ ਲੰਗਰ ਕਹਿਣਾ ਛੱਡ ਦਿਓ, ਆਪਣਾ ਲੰਗਰ ਕਹੋ। ਜੇ ਗੁਰੂ ਕਾ ਕਹਿਣਾ ਤੇ ਫਿਰ ਗਰੀਬਾਂ ਨੂੰ ਪਹਿਲ ਦਿਓ, ਲੋੜਵੰਦਾਂ ਨੂੰ ਪਹਿਲ ਦਿਓ, ਉੱਥੇ ਆਪ ਬਾਅਦ ਵਿੱਚ ਖਾਓ। ਨੀਚ ਸੰਭਾਲੀਅਨ, ਤਿੱਥੈ ਨਦਰ ਤੇਰੀ ਬਖਸ਼ੀਸ। ਜਿੱਥੇ ਗਰੀਬ ਸੰਭਾਲੇ ਜਾਂਦੇ ਨੇ, ਗਰੀਬਾਂ ਦੀ ਪੁੱਛ-ਗਿੱਛ ਕੀਤੀ ਜਾਂਦੀ ਹੈ, ਉੱਥੇ ਵਾਹਿਗੁਰੂ ਦੀ ਖੁਸ਼ੀ ਹੁੰਦੀ, ਉੱਥੇ ਰਹਿਮਤ ਹੁੰਦੀ। ਕਿਉਂਕਿ ਪੂਰ ਰਹਿਓ ਸਰਬਤਰ ਮੈਂ, ਨਾਨਕ ਹਰ ਰੰਗ ਰਾਜ। ਉਹ ਸਭ ਦੇ ਵਿੱਚ ਪਰਿਪੂਰਨ ਹੈ, ਸਭ ਦੇ ਵਿੱਚ ਵਿਆਪਕ ਹੈ। ਪੌੜੀ ਇਹਨਾਂ ਸ਼ਲੋਕਾਂ ਦੀ ਹੀ ਵਿਆਖਿਆ ਹੁਣ ਗੁਰੂ ਸਾਹਿਬ ਆਪਣੇ ਤਰੀਕੇ ਨਾਲ ਪੌੜੀ 'ਚ ਦੱਸਦੇ। ਹਰ ਏਕ ਨਿਰੰਜਨ ਗਾਈਐ, ਸਭ ਅੰਤਰ ਸੋਈ। ਭਾਈ ਉਸ ਹਰੀ ਪਰਮੇਸ਼ਵਰ ਨਿਰੰਜਨ ਨੂੰ ਗਾਈਏ, ਜਿਹੜਾ ਸਭ ਦੇ ਵਿੱਚ ਵਿਆਪਕ ਹੈ,
ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ। ਉਹ ਸਭ ਕੁਝ ਕਰਨ ਕਰਾਉਣ ਦੇ ਯੋਗ ਹੈ, ਸਰਬ ਸ਼ਕਤੀਵਾਨ ਹੈ, ਤੇ ਜੋ ਉਹਨੇ ਅੱਜ ਤੱਕ ਕੀਤਾ ਉਹ ਹੋਇਆ, ਤੇ ਉਹੀ ਹੋ ਰਿਹਾ, ਤੇ ਉਹੀ ਅੱਗੇ ਨੂੰ ਹੋਵੇਗਾ। ਖਿਨ ਮੈਂ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ। ਇੱਕ ਖਿਨ ਦੇ ਵਿੱਚ ਹੀ ਉਹ ਸੰਸਾਰ ਨੂੰ ਥਾਪ ਸਕਦਾ, ਬਣਾ ਸਕਦਾ, ਤੇ ਇੱਕ ਖਿਨ ਦੇ ਵਿੱਚ ਹੀ ਆਪਣੇ ਬਣੇ ਹੋਏ ਢਾਂਚੇ ਨੂੰ ਉਹ ਨਾਸ਼ ਕਰ ਸਕਦਾ ਹੈ। ਉਹਦੇ ਵਿੱਚ ਇੰਨੀ ਸਮਰੱਥਾ ਹੈ, ਪੁੱਛ ਨਾ ਸਾਜੇ ਪੁੱਛ ਨਾ ਢਾਹੇ, ਪੁੱਛ ਨਾ ਲੇਵੈ ਦੇ। ਹਰਨ ਭਰਨ ਜਾ ਕਾ ਨੇਤਰ ਫੋਰ। ਇਹਨੂੰ ਢਾਉਣਾ ਤੇ ਬਣਾਉਣਾ ਉਹਦੇ ਅੱਖ ਦੇ ਝਮੱਕੇ ਦਾ ਕੰਮ ਹੈ। ਹਰਨ ਭਰਨ ਜਾ ਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੈ ਹੋਰ। ਉਹਦੀ ਸਲਾਹ ਨੂੰ ਕੋਈ ਜਾਣਦਾ ਥੋੜ੍ਹੀ ਕਿ ਕੱਲ੍ਹ ਨੂੰ ਉਹਨੇ ਕੀ ਕਰਨਾ, ਕੱਲ੍ਹ ਨੂੰ ਸਾਡੀ ਜ਼ਿੰਦਗੀ 'ਚ ਕੀ ਹੋਣਾ, ਅਸੀਂ ਨਹੀਂ ਜਾਣਦੇ, ਪਰ ਉਹ ਜਾਣਦਾ ਹੈ। ਖਿਨ ਮੈਂ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ। ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ। 9 ਖੰਡਾਂ ਵਿੱਚ, ਸਾਰੇ ਬ੍ਰਹਿਮੰਡਾਂ ਵਿੱਚ, ਤੋਂ ਪਤਾਲਾਂ ਵਿੱਚ, ਦੀਪਾਂ ਵਿੱਚ, ਸਭ ਦੇ ਵਿੱਚ ਉਹ ਵਿਆਪਕ ਹੈ। ਗ੍ਰੰਥਾਂ ਵਿੱਚ 7 ਦੀਪ ਲਿਖੇ ਨੇ, 7 ਪਤਾਲ ਲਿਖੇ ਨੇ, ਤੋਂ ਇੱਕ ਬ੍ਰਹਿਮੰਡ ਲਿਖਿਆ, 9 ਖੰਡ ਲਿਖੇ ਹੈ। ਪਰ ਗੁਰਬਾਣੀ ਕਹਿੰਦੀ ਹੈ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਹੈ। ਇਹ ਕਰੋੜਾਂ ਬ੍ਰਹਿਮੰਡ ਨੇ, ਕਰੋੜਾਂ ਹੀ ਖੰਡ ਨੇ, ਕਰੋੜਾਂ ਹੀ ਦੀਪ ਨੇ। ਪਾਤਾਲਾਂ ਪਾਤਾਲ ਲੱਖ, ਲੱਖ ਆਗਾਸਾਂ ਆਗਾਸ। ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਵਾਰ। ਇਸ ਲਈ ਸਾਰਿਆਂ ਵਿੱਚ ਹੀ ਉਹ ਸਮਾਇਆ ਹੋਇਆ ਹੈ। ਜਿਸ ਆਪ ਬੁਝਾਏ ਸੋ ਬੁਝਸੀ, ਨਿਰਮਲ ਜਨ ਸੋਈ। ਜਿਨ੍ਹਾਂ ਨੂੰ ਉਹ ਆਪ ਇਹ ਸੋਝੀ ਦਿੰਦਾ ਹੈ, ਉਹਨਾਂ ਨੂੰ ਸੋਝੀ ਆਉਂਦੀ ਹੈ। ਜਿਨ੍ਹਾਂ ਨੂੰ ਸਮਝਾ ਦਿੰਦਾ ਹੈ, ਉਹਨਾਂ ਨੂੰ ਸਮਝ ਪੈ ਜਾਂਦੀ ਹੈ। ਆਓ ਸਤਿਗੁਰਾਂ ਅੱਗੇ ਅਰਦਾਸ ਕਰੀਏ ਕਿ ਮਹਾਰਾਜ ਸਾਨੂੰ ਵੀ ਸੋਝੀ ਬਖਸ਼ੇ, ਸਾਨੂੰ ਵੀ ਸਮੱਤ ਬਖਸ਼ੇ, ਤਾਂ ਕਿ ਅਸੀਂ ਵੀ ਉਸ ਵਾਹਿਗੁਰੂ ਦੀ ਚੇਤਨਤਾ ਨੂੰ, ਸਰਬ ਵਿਆਪਕਤਾ ਨੂੰ, ਉਹਦੀ ਹਾਜ਼ਰ ਨਾਜ਼ਰਤਾ ਨੂੰ ਸਮਝ ਕੇ ਆਪਣੇ ਜੀਵਨ ਨੂੰ ਸਫਲ ਕਰ ਸਕੀਏ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਕਰੋ ਗੁਰੂ ਫਤਿਹ ਸਾਂਝੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।